ਅਤੇ ਬੈੱਡ ਟਾਈਮ ਕਹਾਣੀਆਂ ਬੱਚਿਆਂ ਦੇ ਲਈ। ਗੁਲੀਵਰ ਦੀ ਯਾਤਰਾ। ਕਈ ਸਾਲ ਪਹਿਲਾਂ ਇੱਕ ਡਾਕਟਰ ਸੀ ਜਿਸ ਦਾ ਨਾਂ ਸੀ ਗੁਲੀਵਰ। ਇੱਕ ਸਮਾਂ ਅਜਿਹਾ ਆਇਆ ਜਦ ਸ਼ਹਿਰ ਵਿੱਚ ਕੰਮ ਮਿਲਣਾ ਔਖਾ ਹੋ ਗਿਆ। ਇਸ ਲਈ ਗੁਲੀਵਰ ਨੂੰ ਇੱਕ ਜਹਾਜ਼ ਤੇ ਨੌਕਰੀ ਕਰਨ ਲਈ ਜਾਣਾ ਪਿਆ ਤੇ ਇਸ ਤਰ੍ਹਾਂ ਉਸ ਦਾ ਜੀਵਨ ਸਮੁੰਦਰ ਦੇ ਤੱਟ ਤੇ ਸ਼ੁਰੂ ਹੋ ਗਿਆ। ਪਹਿਲਾਂ ਕੁਝ ਦਿਨ ਬਹੁਤ ਵਧੀਆ ਗੁਜ਼ਰੇ। ਉਹ ਜਹਾਜ਼ ਦੇ ਜੀਵਨ ਨੂੰ ਹੌਲੀ-ਹੌਲੀ ਅਪਣਾ ਰਿਹਾ ਸੀ, ਪਰ ਇੱਕ ਦਿਨ ਬਹੁਤ ਤੇਜ਼ ਤੂਫਾਨ ਆਇਆ। ਕੁਝ ਘੰਟਿਆਂ ਤੱਕ ਉੱਚੀਆਂ-ਉੱਚੀਆਂ ਲਹਿਰਾਂ ਨਾਲ ਜੱਦੋ-ਜਹਿਦ ਕਰਨ ਦੇ ਬਾਅਦ ਆਖਰ 'ਚ ਇਹ ਜਹਾਜ਼ ਪਲਟ ਗਿਆ। ਗੁਲੀਵਰ ਤੇ ਉਹਨਾਂ ਦੇ ਚਲਾਕ ਦਲ ਦੇ ਕੁਝ ਲੋਕ ਡੁੱਬਣ ਤੋਂ ਪਹਿਲਾਂ ਪਾਣੀ ਤੇ ਕੁਝ ਰੋਇੰਗ ਕਿਸ਼ਤੀਆਂ ਨੂੰ ਲਿਆਉਣ ਵਿੱਚ ਕਾਮਯਾਬ ਰਹੇ। ਉਹਨਾਂ ਦਾ ਜਹਾਜ਼ ਡੁੱਬਣ ਦੇ ਕੁਝ ਸਮੇਂ ਬਾਅਦ ਗਾਇਬ ਹੋ ਗਿਆ। ਉਹ ਜ਼ਿਆਦਾ ਚਿਰ ਤੱਕ ਇਹਨਾਂ ਰੋਇੰਗ ਬੋਟ ਤੇ ਰੁਕ ਨਹੀਂ ਸਕਦੇ ਸੀ ਅਤੇ ਕੁਝ ਹੀ ਦੇਰ ਬਾਅਦ ਇੱਕ ਤੇਜ਼ ਲਹਿਰ ਦੇ ਕਰਕੇ ਉਹਨਾਂ ਦੇ ਜਹਾਜ਼ ਦੀ ਤਰ੍ਹਾਂ ਇਹ ਕਿਸ਼ਤੀ ਵੀ ਪਲਟ ਗਈ। ਉਹ ਸਾਰੀਆਂ ਥਾਵਾਂ ਤੇ ਵਿਖਰ ਗਏ। ਘੰਟਿਆਂ ਤੱਕ ਗੁਲੀਵਰ ਪਾਣੀ ਦੇ ਉੱਤੇ ਤੈਰਨ ਲਈ ਹੱਥ ਪੈਰ ਮਾਰਦਾ ਰਿਹਾ। ਉਹ ਜ਼ਿੰਦਾ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਖਰ ਵਿੱਚ ਪਾਣੀ ਦੇ ਬਹਾਅ ਨੇ ਉਸ ਨੂੰ ਕਿਨਾਰੇ ਤੱਕ ਪਹੁੰਚਣ ਵਿੱਚ ਮਦਦ ਕੀਤੀ। ਹੁਣ ਉਹ ਬਹੁਤ ਥੱਕ ਗਿਆ ਸੀ। ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿੱਥੇ ਹੈ। ਇਸ ਤੋਂ ਇਲਾਵਾ ਉਹ ਕੁਝ ਸੋਚਣ ਸਮਝਣ ਦੀ ਹਾਲਤ ਵਿੱਚ ਵੀ ਨਹੀਂ ਸੀ। ਉਹ ਉੱਥੇ ਕਿਨਾਰੇ ਤੇ ਹੀ ਬੇਹੋਸ਼ ਹੋ ਗਿਆ। ਜਦ ਉਹਨੂੰ ਹੋਸ਼ ਆਇਆ ਤਾਂ ਉਹਨੇ ਵੇਖਿਆ ਕਿ ਉਹ ਸਿਰ ਤੋਂ ਪੈਰ ਤੱਕ ਬੰਨਿਆ ਹੋਇਆ ਹੈ ਤੇ ਉਹ ਕੁਝ ਛੋਟੇ ਕੱਦ ਦੇ ਲੋਕਾਂ ਨਾਲ ਘਿਰਿਆ ਹੋਇਆ ਹੈ। ਉਹਨਾਂ ਦੀ ਲੰਬਾਈ ਉਸ ਦੀ ਹਥੇਲੀ ਜਿੰਨੀ ਸੀ। ਹੈਰਾਨੀ ਦੇ ਨਾਲ ਗੁਲੀਵਰ ਉਹਨਾਂ ਨਿੱਕੇ ਲੋਕਾਂ ਨੂੰ ਘੂਰ ਰਿਹਾ ਸੀ ਤੇ ਉਸੇ ਹੈਰਾਨੀ ਨਾਲ ਉਹ ਲੋਕੀ ਵੀ ਉਹਨੂੰ ਘੂਰ ਰਹੇ ਸੀ। ਉਸੇ ਵੇਲੇ ਗੁਲੀਵਰ ਨੂੰ ਆਪਣੇ ਪਿੰਡੇ ਤੇ ਗੁਦਗੁਦੀ ਮਹਿਸੂਸ ਹੋਈ। ਜਦ ਉਸਨੇ ਆਪਣਾ ਸਿਰ ਉੱਤੇ ਚੁੱਕਿਆ ਕਿ ਕੀ ਹੋ ਰਿਹਾ ਹੈ ਤਾਂ ਉਹਨੇ ਵੇਖਿਆ ਕਿ ਉਹਦੇ ਪੂਰੇ ਸਰੀਰ ਤੇ ਛੋਟੇ-ਛੋਟੇ ਤੀਰ ਲੱਗੇ ਹੋਏ ਨੇ। ਡਰੇ ਸਹਿਮੇ ਉਹ ਛੋਟੇ ਲੋਕ ਉਸ ਨੂੰ ਤੀਰ ਮਾਰ ਰਹੇ ਸੀ। ਮਿਹਰਬਾਨੀ ਕਰਕੇ ਨਾ ਮਾਰੋ, ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਕੁਝ ਦਿਨ ਉਹਨਾਂ ਨੇ ਉਹਨੂੰ ਉੱਥੇ ਬੰਨ੍ਹ ਕੇ ਹੀ ਰੱਖਿਆ। ਉਹ ਉਸ ਨੂੰ ਖਾਣਾ ਪਾਣੀ ਦਿੰਦੇ ਰਹੇ। ਕੁਝ ਦਿਨ ਬੀਤ ਜਾਣ ਦੇ ਬਾਅਦ ਉਹਨਾਂ ਨੇ ਉਸ ਨੂੰ ਇੱਕ ਗੱਡੀ ਨਾਲ ਬੰਨ੍ਹਿਆ ਜਿਸ ਨੂੰ ਸੈਂਕੜੇ ਨਿੱਕੇ-ਨਿੱਕੇ ਘੋੜੇ ਖਿੱਚ ਕੇ ਉਹਨਾਂ ਦੇ ਸ਼ਹਿਰ ਵਿੱਚ ਲੈ ਗਏ। ਇਸ ਨਿੱਕੇ ਸ਼ਹਿਰ ਦਾ ਨਾਂ ਲਿਲੀਪੁਟ ਸੀ। ਉਹਨਾਂ ਨੇ ਉਸ ਦੇ ਲਈ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਬਣਾਈ, ਪਰ ਫਿਰ ਵੀ ਘਰ ਦੇ ਅੰਦਰ ਜਾਣ ਲਈ ਉਸ ਨੂੰ ਰੇਂਗ ਕੇ ਜਾਣਾ ਪੈਂਦਾ ਸੀ। ਇਹ ਵੇਖ ਕੇ ਕਿ ਗੁਲੀਵਰ ਨੇ ਉਹਨਾਂ ਦਾ ਕਦੇ ਕੋਈ ਨੁਕਸਾਨ ਨਹੀਂ ਕੀਤਾ, ਉਹਨਾਂ ਨੇ ਉਸ ਨੂੰ ਆਪਣੇ ਰਾਜਾ ਨਾਲ ਮਿਲਵਾਉਣ ਦਾ ਫੈਸਲਾ ਕੀਤਾ। ਗੁਲੀਵਰ ਨੂੰ ਰਾਜਾ ਕੋਲ ਲਿਆਂਦਾ ਗਿਆ। ਰਾਜਾ ਨੇ ਉਸ ਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ, ਪਰ ਨਾਲ ਹੀ ਹੁਕਮ ਦਿੱਤਾ ਕਿ ਉਸ ਦੇ ਲਈ ਸ਼ਹਿਰ ਵਿੱਚ ਕਿਤੇ ਵੀ ਕੋਈ ਕੰਮ ਕਰਨਾ ਜ਼ਰੂਰੀ ਹੈ ਤੇ ਉਹ ਜਿੰਨਾ ਹੋ ਸਕੇ ਉਹਨਾਂ ਦੀ ਮਦਦ ਵੀ ਕਰੇਗਾ। ਗੁਲੀਵਰ ਨੇ ਇੱਕ ਕਾਗਜ਼ ਤੇ ਦਸਤਖਤ ਕੀਤੇ ਜਿਸ ਤੇ ਲਿਖਿਆ ਸੀ ਕਿ ਉਹ ਕੀ ਕਰ ਸਕਦਾ ਹੈ ਤੇ ਕੀ ਨਹੀਂ। ਮਿਸਾਲ ਦੇ ਲਈ, ਜੇ ਉਹ ਕਿਸੇ ਨੂੰ ਆਪਣੇ ਹੱਥਾਂ ਵਿੱਚ ਚੁੱਕਣਾ ਚਾਹਵੇ ਤਾਂ ਉਸ ਨੂੰ ਆਗਿਆ ਲੈਣ ਦੀ ਲੋੜ ਹੈ। ਇਹ ਸਭ ਸ਼ਰਤਾਂ ਮੰਨਣ ਤੇ ਹੀ ਉਹ ਲਿਲੀਪੁਟ ਵਿੱਚ ਰਹਿ ਸਕਦਾ ਸੀ। ਉਹ ਇਮਾਰਤਾਂ ਦੀ ਮੁਰੰਮਤ ਦੇ ਕੰਮ ਵਿੱਚ ਅਤੇ ਲੋਕਾਂ ਨੂੰ ਪਾਣੀ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਸੀ। ਕੁਝ ਦਿਨ ਬੀਤ ਜਾਣ ਦੇ ਬਾਅਦ ਉਸ ਨੂੰ ਛੋਟੇ ਲੋਕਾਂ ਦੀ ਇੱਕ ਵੱਡੀ ਸਮੱਸਿਆ ਬਾਰੇ ਪਤਾ ਲੱਗਿਆ। ਪੜੋਸੀ ਦੇਸ਼ ਦੀ ਸੈਨਾ ਲਿਲੀਪੁਟ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਤੇ ਇਸੇ ਲਈ ਉਹ ਜੰਗ ਦੀਆਂ ਤਿਆਰੀਆਂ ਕਰ ਰਹੀ ਸੀ। ਗੁਲੀਵਰ ਰਾਜਾ ਕੋਲ ਗਿਆ ਤੇ ਮਦਦ ਦੀ ਪੇਸ਼ਕਸ਼ ਕੀਤੀ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਮਹਾਰਾਜ। ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ। ਉਸਨੇ ਸਭ ਤੋਂ ਪਹਿਲਾਂ ਉਸ ਦਾ ਧੰਨਵਾਦ ਕੀਤਾ ਅਤੇ ਫਿਰ ਉਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਉਸ ਵੇਲੇ ਤੱਕ ਪੜੋਸੀ ਦੇਸ਼ ਦੇ ਜਹਾਜ਼ਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਸੀ ਤੇ ਉਹ ਆਪਣੇ ਲਈ ਹੁਕਮ ਦਾ ਇੰਤਜ਼ਾਰ ਕਰ ਰਹੇ ਸੀ। ਇਸ ਖਬਰ ਨਾਲ ਸਾਰਾ ਸ਼ਹਿਰ ਚਿੰਤਾ ਵਿੱਚ ਪੈ ਗਿਆ, ਪਰ ਦੂਜੇ ਪਾਸੇ ਗੁਲੀਵਰ ਦੇ ਲਈ ਇਹ ਬਹੁਤ ਹੀ ਸੌਖਾ ਕੰਮ ਸੀ। ਉਸਨੇ ਸਾਰਿਆਂ ਨੂੰ ਕਿਹਾ ਕਿ ਜਿੰਨਾ ਹੋ ਸਕੇ ਓਨੀਆਂ ਤਾਰਾਂ ਜਮ੍ਹਾਂ ਕਰਨ ਤੇ ਉਸ ਦੇ ਕੋਲ ਲੈ ਆਉਣ। ਉਹ ਗੁਲੀਵਰ ਦੇ ਕਹੇ ਮੁਤਾਬਕ ਤਾਰਾਂ ਲੈ ਆਏ। ਉਸਨੇ ਉਹਨਾਂ ਸਾਰੀਆਂ ਤਾਰਾਂ ਨੂੰ ਇੱਕ ਦੂਜੇ ਨਾਲ ਬੰਨ੍ਹ ਕੇ ਮਜ਼ਬੂਤ ਡੋਰ ਬਣਾ ਲਈ।
ਅੱਧੀ ਰਾਤ ਨੂੰ ਉਸ ਮਜ਼ਬੂਤ ਡੋਰ ਦੇ ਸਹਾਰੇ ਉਹ ਕਿਨਾਰੇ ਦੇ ਦੂਜੇ ਪਾਸੇ ਪਹੁੰਚਿਆ। ਦੁਸ਼ਮਣ ਦੀ ਨਜ਼ਰਾਂ ਤੋਂ ਬਚਦੇ ਬਚਾਉਂਦੇ ਉਹ ਦੂਜੇ ਪਾਸੇ ਦੀ ਬੰਦਰਗਾਹ ਤੇ ਜਾਣ ਵਿੱਚ ਕਾਮਯਾਬ ਰਿਹਾ। ਉਸਨੇ ਸਾਰੇ ਜਹਾਜ਼ਾਂ ਨੂੰ ਇੱਕ ਦੂਜੇ ਦੇ ਨਾਲ ਬੰਨ੍ਹ ਦਿੱਤਾ ਤੇ ਬਹੁਤ ਥੋੜੇ ਜਿਹੇ ਫੌਜੀਆਂ ਦੇ ਨਾਲ ਜੋ ਉਸ ਵੇਲੇ ਜਹਾਜ਼ ਦੇ ਅੰਦਰ ਸੀ, ਉਹ ਉਹਨਾਂ ਨੂੰ ਲਿਲੀਪੁਟ ਦੇ ਕਿਨਾਰੇ ਤੱਕ ਖਿੱਚ ਕੇ ਲੈ ਆਇਆ। ਬੰਦਰਗਾਹ ਤੇ ਉਸ ਦਾ ਇੰਤਜ਼ਾਰ ਕਰ ਰਹੇ ਲੋਕ ਬਹੁਤ ਖੁਸ਼ ਸੀ। ਉਹਨਾਂ ਨੇ ਦੁਸ਼ਮਣ ਦੇ ਫੌਜੀਆਂ ਨੂੰ ਕੈਦ ਕਰ ਲਿਆ ਸੀ। ਹੁਣ ਉਹਨਾਂ ਨੂੰ ਦੁਸ਼ਮਣ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਰਾਜਾ ਨੇ ਗੁਲੀਵਰ ਦਾ ਧੰਨਵਾਦ ਕੀਤਾ ਤੇ ਉਸ ਨੂੰ ਇਨਾਮ ਦਿੱਤਾ। ਗੁਲੀਵਰ ਖੁਸ਼ ਸੀ ਕਿ ਉਸਨੇ ਰਾਜਾ ਦਾ ਭਰੋਸਾ ਹਾਸਲ ਕਰ ਲਿਆ ਸੀ। ਕੁਝ ਸਮੇਂ ਬਾਅਦ ਮਹਿਲ ਵਿੱਚ ਅੱਗ ਲੱਗ ਗਈ। ਜਿਵੇਂ ਹੀ ਗੁਲੀਵਰ ਨੇ ਅੱਗ ਦੇ ਬਾਰੇ ਸੁਣਿਆ, ਉਸਨੇ ਫਟਾਫਟ ਬੰਦਰਗਾਹ ਤੋਂ ਇੱਕ ਜਹਾਜ਼ ਲਿਆ, ਉਸ ਨੂੰ ਪਾਣੀ ਨਾਲ ਭਰ ਲਿਆ ਤੇ ਉਹ ਸਾਰਾ ਪਾਣੀ ਜਾ ਕੇ ਅੱਗ ਤੇ ਸੁੱਟ ਦਿੱਤਾ। ਅੱਗ ਉਸੇ ਵੇਲੇ ਬੁਝ ਗਈ। ਗੁਲੀਵਰ ਤੇ ਰਾਜਾ ਦਾ ਹੁਣ ਚੰਗਾ ਤਾਲਮੇਲ ਬਣ ਗਿਆ ਸੀ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰਾਜਾ ਹਮੇਸ਼ਾ ਗੁਲੀਵਰ ਦੀ ਸਲਾਹ ਲੈਂਦਾ ਸੀ। ਇਹ ਗੱਲ ਬਾਕੀ ਸਲਾਹਕਾਰਾਂ ਨੂੰ ਖਟਕਣ ਲੱਗ ਪਈ ਸੀ। ਉਹ ਗੁਲੀਵਰ ਤੋਂ ਖਾਰ ਖਾਣ ਲੱਗ ਪਏ ਸੀ। ਮਹਾਰਾਜ, ਅਸੀਂ ਇਹ ਸੁਣਿਆ ਹੈ ਕਿ ਗਲੀਵਰ ਮਜ਼ਬੂਤ ਪਕੜ ਬਣਾ ਕੇ ਲਿਲੀਪੁਟ ਦੇ ਰਾਜਾ ਦੀ ਥਾਂ ਲੈਣ ਦੀ ਸਾਜ਼ਿਸ਼ ਕਰ ਰਿਹਾ ਹੈ। ਸੱਚ ਕਹਿ ਰਿਹਾ ਹੈ? ਹਾਂ ਮਹਾਰਾਜ, ਉਹ ਕਿੰਨਾ ਸ਼ਕਤੀਸ਼ਾਲੀ ਹੈ ਅਸੀਂ ਸਾਰੇ ਜਾਣਦੇ ਹਾਂ। ਜੇ ਉਹ ਸਾਡੇ ਤੇ ਹਮਲਾ ਕਰਦਾ ਹੈ ਤਾਂ ਅਸੀਂ ਆਪਣਾ ਬਚਾਅ ਨਹੀਂ ਕਰ ਸਕਦੇ। ਅਸੀਂ ਹਮੇਸ਼ਾ ਇਸ ਤਰ੍ਹਾਂ ਡਰ ਕੇ ਨਹੀਂ ਰਹਿ ਸਕਦੇ। ਜਨਤਾ ਵੀ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਰਾਜਾ ਆਪਣੇ ਸਲਾਹਕਾਰਾਂ ਤੋਂ ਬਹੁਤ ਪ੍ਰਭਾਵਿਤ ਸੀ, ਸੋ ਉਸਨੇ ਗੁਲੀਵਰ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਸ ਦੇ ਅੱਜ ਤੱਕ ਦੇ ਚੰਗੇ ਰਵੱਈਏ ਨੂੰ ਵੇਖਦੇ ਹੋਏ ਅਸੀਂ ਉਸ ਨੂੰ ਮੌਤ ਦੀ ਸਜ਼ਾ ਨਹੀਂ ਦੇਣਾ ਚਾਹੁੰਦੇ। ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਏਗੀ ਅਤੇ ਉਸ ਨੂੰ ਸ਼ਹਿਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹਦਾ ਖਾਣਾ ਵੀ ਬੰਦ ਕਰ ਦਿੱਤਾ ਜਾਏਗਾ। ਜਦੋਂ ਮਹਿਲ ਦਾ ਇੱਕ ਕਾਰਜਕਰਤਾ ਜੋ ਗੁਲੀਵਰ ਨੂੰ ਪਸੰਦ ਕਰਦਾ ਸੀ, ਉਸਨੇ ਰਾਜਾ ਦਾ ਫੈਸਲਾ ਸੁਣਿਆ ਤਾਂ ਉਹ ਉਸੇ ਵੇਲੇ ਇਹ ਗੱਲ ਗੁਲੀਵਰ ਨੂੰ ਦੱਸਣ ਲਈ ਉਹਦੇ ਕੋਲ ਪਹੁੰਚਿਆ। ਮੈਂ ਰਾਜਾ ਨਾਲ ਗੱਲ ਕਰਕੇ ਉਹਨਾਂ ਦਾ ਮਨ ਬਦਲ ਸਕਦਾ ਹਾਂ। ਪਰ ਫੈਸਲਾ ਹੋ ਚੁੱਕਿਆ ਸੀ ਤੇ ਰਾਜਾ ਦਾ ਮਨ ਬਦਲਣ ਦਾ ਕੋਈ ਇਰਾਦਾ ਨਹੀਂ ਸੀ। ਗੁਲੀਵਰ ਸਮਝ ਚੁੱਕਿਆ ਸੀ ਕਿ ਹੁਣ ਉਸਦੇ ਕੋਲ ਇੱਕ ਹੀ ਰਸਤਾ ਸੀ, ਉੱਥੋਂ ਨਿਕਲ ਜਾਣਾ। ਸੋ ਰਾਤ ਨੂੰ ਉਹ ਆਪਣੇ ਨਾਲ ਦੁਸ਼ਮਣ ਜਹਾਜ਼ਾਂ ਨੂੰ ਬੰਦਰਗਾਹ ਤੇ ਲੈ ਗਿਆ ਅਤੇ ਦਵੀਪ ਦੇ ਪਾਰ ਜਾਣ ਲੱਗਾ। ਉਹ ਕੁਝ ਤੁਰਿਆ, ਕੁਝ ਤੈਰ ਕੇ ਗਿਆ ਤੇ ਅਖੀਰ ਵਿੱਚ ਦਵੀਪ ਤੇ ਆਇਆ, ਜਿਸ ਨੂੰ ਲੋਕ ਦੁਸ਼ਮਣ ਦਾ ਦਵੀਪ ਕਹਿੰਦੇ ਸੀ। ਜਦ ਗੁਲੀਵਰ ਨੇ ਉਹਨਾਂ ਨੂੰ ਉਹਨਾਂ ਦੇ ਜਹਾਜ਼ ਵਾਪਸ ਕੀਤੇ, ਉਹ ਸਮਝ ਗਏ ਕਿ ਉਸ ਦਾ ਇਰਾਦਾ ਬੁਰਾ ਨਹੀਂ ਸੀ। ਉਹਨਾਂ ਨੇ ਗੁਲੀਵਰ ਨੂੰ ਆਪਣੇ ਇੱਕ ਬੰਦੇ ਦੇ ਨਾਲ ਰਾਜਾ ਨੂੰ ਮਿਲਣ ਦੇ ਲਈ ਭੇਜਿਆ। ਰਾਜਾ ਨੇ ਗੁਲੀਵਰ ਦਾ ਪੂਰੇ ਦਿਲ ਨਾਲ ਸਵਾਗਤ ਕੀਤਾ ਤੇ ਗੁਲੀਵਰ ਨੇ ਵੀ ਉਹਨਾਂ ਨੂੰ ਸਭ ਕੁਝ ਦੱਸਿਆ ਜੋ ਉਸ ਦੇ ਨਾਲ ਹੋਇਆ ਸੀ। ਰਾਜਾ ਨੇ ਕਿਹਾ ਕਿ ਉਹ ਜਦ ਤੱਕ ਚਾਹੇ ਉਹਨਾਂ ਦੇ ਕੋਲ ਰਹਿ ਸਕਦਾ ਹੈ। ਉਹਨਾਂ ਦੇ ਜਹਾਜ਼ ਚੋਰੀ ਕਰਨ ਦੇ ਬਾਵਜੂਦ ਉਹਨਾਂ ਦਾ ਆਪਣੇ ਪ੍ਰਤੀ ਵਿਵਹਾਰ ਵੇਖ ਕੇ ਉਹ ਹੈਰਾਨ ਰਹਿ ਗਿਆ, ਕਿਉਂਕਿ ਅਜਿਹਾ ਵਿਵਹਾਰ ਉਸਨੇ ਲਿਲੀਪੁਟ ਵਿੱਚ ਨਹੀਂ ਵੇਖਿਆ ਸੀ। ਗੁਲੀਵਰ ਰਾਤ ਨੂੰ ਬਾਹਰ ਰਹਿ ਰਿਹਾ ਸੀ ਕਿਉਂਕਿ ਉਸ ਦੇ ਲਈ ਉੱਥੇ ਕੋਈ ਇੰਨਾ ਵੱਡਾ ਘਰ ਨਹੀਂ ਸੀ। ਲਿਲੀਪੁਟ ਦੇ ਲੋਕ ਇਹਨਾਂ ਨੂੰ ਆਪਣਾ ਦੁਸ਼ਮਣ ਸਮਝਦੇ ਨੇ, ਪਰ ਅਸਲ ਵਿੱਚ ਇਹ ਤਾਂ ਕਿੰਨੇ ਚੰਗੇ ਲੋਕ ਨੇ। ਇੱਕ ਦਿਨ ਇੰਝ ਹੀ ਘੁੰਮਦੇ ਘੁੰਮਦੇ ਉਸ ਨੂੰ ਉੱਥੇ ਇੱਕ ਕਿਸ਼ਤੀ ਵਿਖੀ, ਜੋ ਬਿਲਕੁਲ ਉਵੇਂ ਦੀ ਕਿਸ਼ਤੀ ਸੀ ਜਿਸ ਤੇ ਉਹ ਸਵਾਰ ਹੋਏ ਸੀ ਜਦੋਂ ਉਹਨਾਂ ਦੀ ਰੋਇੰਗ ਬੋਟ ਡੁੱਬ ਗਈ ਸੀ। ਕੋਈ ਸ਼ੱਕ ਨਹੀਂ ਕਿ ਸਾਡੀ ਕਸ਼ਤੀ ਇਸੇ ਕਿਨਾਰੇ ਨਾਲ ਟਕਰਾਈ ਸੀ। ਉਹ ਉਸੇ ਵੇਲੇ ਰਾਜਾ ਦੇ ਕੋਲ ਗਿਆ। ਰਾਜਾ ਨੇ ਉਸ ਦੀ ਲੋੜ ਦੇ ਮੁਤਾਬਕ ਉਸ ਨੂੰ ਆਦਮੀ ਦਿੱਤੇ। ਉਹ ਸਾਰੇ ਕਿਸ਼ਤੀ ਦੀ ਮੁਰੰਮਤ ਕਰਨ ਲੱਗੇ। ਕੁਝ ਹੀ ਦਿਨਾਂ ਵਿੱਚ ਕਿਸ਼ਤੀ ਕਿਨਾਰੇ ਤੇ ਤਿਆਰ ਸੀ। ਗੁਲੀਵਰ ਬਹੁਤ ਖੁਸ਼ ਹੋਇਆ ਕਿਉਂਕਿ ਆਖਰਕਾਰ ਉਹ ਛੋਟੇ ਲੋਕਾਂ ਦਾ ਰਾਜ ਛੱਡ ਕੇ ਆਪਣੇ ਘਰ ਜਾ ਸਕਦਾ ਸੀ। ਉਸਨੇ ਰਾਜਾ ਤੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦਾ ਸਵਾਗਤ ਕੀਤਾ ਸੀ। ਹੁਣ ਇੱਕ ਵੱਡੇ ਸਮੁੰਦਰ ਵਿੱਚ ਇੱਕ ਛੋਟੀ ਕਿਸ਼ਤੀ ਤੇ ਇੱਕ ਮੁਸ਼ਕਲ ਸਫ਼ਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਓਹੋ, ਇਹੋ ਜਿਹਾ ਛੋਟਾ ਤੂਫਾਨ ਵੀ ਮੇਰੀ ਕਸ਼ਤੀ ਨੂੰ ਡੁਬੋ ਦੇਵੇਗਾ। ਸਮੁੰਦਰ ਤੇ ਕੁਝ ਦਿਨਾਂ ਬਾਅਦ ਉਸ ਦੇ ਸਾਹਮਣੇ ਇੱਕ ਜਹਾਜ਼ ਆਇਆ। ਉਸਨੇ ਮਦਦ ਦੇ ਲਈ ਹੌਕਾ ਮਾਰਨਾ ਸ਼ੁਰੂ ਕੀਤਾ। ਸੁਣੋ, ਕੋਈ ਹੈ, ਮੇਰੀ ਮਦਦ ਕਰੋ, ਹੇ ਰੱਬਾ। ਆਖਰ ਉਹਨਾਂ ਨੇ ਸੁਣ ਲਿਆ। ਉਹ ਰੋਇੰਗ ਬੋਟ ਦੇ ਕੋਲ ਗਏ ਤੇ ਗੁਲੀਵਰ ਨੂੰ ਆਪਣੇ ਜਹਾਜ਼ ਤੇ ਲੈ ਗਏ।
ਤੇ ਹੁਣ ਗੁਲੀਵਰ ਸੁਰੱਖਿਅਤ ਸੀ। ਉਹ ਸਾਰਿਆਂ ਨੂੰ ਉਸ ਬਾਰੇ ਦੱਸਣ ਲਈ ਉਤਸ਼ਾਹਤ ਸੀ ਜੋ ਉਹਦੇ ਨਾਲ ਹੋਇਆ ਸੀ। ਨਿੱਕੇ ਲੋਕ, ਲਿਲੀਪੁਟ ਰਾਜ ਤੇ 2 ਰਾਜਾਂ ਦੇ ਰਾਜਾ। ਉਸਨੇ ਸੋਚਿਆ ਜੋ ਕੁਝ ਵੀ ਉਸ ਨਾਲ ਹੋਇਆ ਸੀ ਕੀ ਕੋਈ ਸੁਣ ਕੇ ਉਸ ਤੇ ਵਿਸ਼ਵਾਸ ਕਰੇਗਾ। ਗੁਲੀਵਰ ਬਹੁਤ ਖੁਸ਼ ਸੀ ਕਿਉਂਕਿ ਉਹ ਆਪਣੇ ਘਰ ਜਾ ਰਿਹਾ ਸੀ ਤੇ ਆਪਣੇ ਪਰਿਵਾਰ ਨੂੰ ਇੰਨੇ ਚਿਰ ਬਾਅਦ ਮਿਲਣ ਵਾਲਾ ਸੀ। ਪਰ ਨਾਲ ਹੀ ਉਸ ਨੂੰ ਇਹ ਵੀ ਮਹਿਸੂਸ ਹੋਇਆ ਕਿ ਹੋਰ ਵੀ ਕਿੰਨੇ ਸਾਰੇ ਅਜੂਬੇ ਸੀ ਜੋ ਸਮੁੰਦਰ ਵਿੱਚ ਉਸ ਦਾ ਇੰਤਜ਼ਾਰ ਕਰ ਰਹੇ ਸੀ। ਦੀਆਂ ਕਹਾਣੀਆਂ ਬਲਦ ਤੇ ਡੱਡੂ। ਇੱਕ ਵਾਰ ਦੀ ਗੱਲ ਹੈ, ਇੱਕ ਝੀਲ ਦੇ ਕੰਢੇ ਖੇਤ ਵਿੱਚ ਇੱਕ ਛੋਟਾ ਜਿਹਾ ਬਲਦ ਰਹਿੰਦਾ ਸੀ। ਉਹ ਬਲਦ ਬਹੁਤ ਦੁਖੀ ਰਹਿੰਦਾ ਸੀ ਕਿਉਂਕਿ ਉਸ ਖੇਤ ਵਿੱਚ ਜਿੰਨੇ ਵੀ ਬਲਦ ਸੀ ਉਹ ਉਹਨਾਂ ਵਿੱਚੋਂ ਸਭ ਤੋਂ ਛੋਟਾ ਸੀ। ਉਹਨੂੰ ਹਮੇਸ਼ਾ ਇਸ ਬਾਰੇ ਸ਼ਿਕਾਇਤ ਰਹਿੰਦੀ ਸੀ ਤੇ ਹਾਂ, ਅੱਜ ਫਿਰ ਤੋਂ ਆਪਣੇ ਦੋਸਤ ਕੁੱਤੇ ਨਾਲ ਸ਼ਿਕਾਇਤ ਕਰ ਰਿਹਾ ਸੀ। ਮੈਂ ਖੇਤ ਵਿੱਚ ਸਭ ਤੋਂ ਛੋਟਾ ਬੈਲ ਹਾਂ। ਮੈਨੂੰ ਪਤਾ ਮੈਂ ਦੁਨੀਆ ਵਿੱਚ ਸਭ ਤੋਂ ਛੋਟਾ ਹਾਂ ਤੇ ਇਸ ਨੂੰ ਬਦਲਣ ਦੇ ਲਈ ਮੈਂ ਕੁਝ ਨਹੀਂ ਕਰ ਸਕਦਾ। ਫਿਰ ਤੋਂ ਸ਼ੁਰੂ ਨਾ ਹੋਈ ਮੇਰੇ ਮਿੱਤਰਾ। ਅਸਲ ਵਿੱਚ ਤੂੰ ਇੱਕ ਵੱਡਾ ਹੀ ਸਿਆਣਾ ਤੇ ਪਿਆਰਾ ਬਲਦ ਹੈ। ਅਸੀਂ ਸਾਰੇ ਇੱਕੋ ਜਿਹੇ ਕੱਦ ਕਾਠੀ ਦੇ ਹੋਈਏ, ਇਹ ਹੋ ਨਹੀਂ ਸਕਦਾ, ਹੈ ਨਾ? ਹਾਂ, ਅਸੀਂ ਸਾਰੇ ਇੱਕੋ ਕੱਦ ਕਾਠੀ ਦੇ ਨਹੀਂ ਹੋ ਸਕਦੇ, ਪਰ ਮੈਂ ਸਭ ਤੋਂ ਲੰਬਾ ਕਿਉਂ ਨਹੀਂ ਹਾਂ? ਵੇਖ, ਮੈਂ ਵੀ ਦੁਨੀਆ ਦਾ ਸਭ ਤੋਂ ਲੰਬਾ ਕੁੱਤਾ ਨਹੀਂ ਹਾਂ। ਮੈਨੂੰ ਯਕੀਨ ਹੈ ਕਿ ਕਿਤੇ ਨਾ ਕਿਤੇ ਮੇਰੇ ਤੋਂ ਵੀ ਲੰਬਾ ਕੁੱਤਾ ਹੋਵੇਗਾ, ਪਰ ਮੈਨੂੰ ਇਸ ਦੀ ਚਿੰਤਾ ਨਹੀਂ ਹੈ। ਮੈਂ ਜੋ ਵੀ ਹਾਂ ਉਸ ਵਿੱਚ ਖੁਸ਼ ਹਾਂ। ਪਰ ਮੈਂ ਨਹੀਂ ਹਾਂ। ਖੇਤ ਦੇ ਠੀਕ ਨਾਲ ਵਾਲੀ ਝੀਲ ਵਿੱਚ ਜਿੱਥੇ ਸਾਡਾ ਦੁਖੀ ਬਲਦ ਰਹਿੰਦਾ ਸੀ, ਉੱਥੇ ਇੱਕ ਆਤਮ ਕੇਂਦਰਿਤ ਡੱਡੂ ਵੀ ਰਹਿੰਦਾ ਸੀ। ਇਸ ਡੱਡੂ ਨੂੰ ਆਪਣੇ ਦੋਸਤਾਂ ਦੇ ਵਿੱਚ ਆਪਣੇ ਬਾਰੇ ਫੜੀਆਂ ਮਾਰਨਾ ਬਹੁਤ ਪਸੰਦ ਸੀ। ਉਹ ਬਾਕੀ ਸਾਰੇ ਡੱਡੂਆਂ ਤੋਂ ਵੱਡਾ ਸੀ ਤੇ ਉਹਨੂੰ ਇਸ ਗੱਲ ਤੇ ਘਮੰਡ ਸੀ। ਮੈਂ ਇਸ ਝੀਲ ਵਿੱਚ ਸਭ ਤੋਂ ਵੱਡਾ ਡੱਡੂ ਹਾਂ ਤੇ ਜੋ ਵੱਡਾ ਹੁੰਦਾ ਹੈ ਉਹ ਰਾਜਾ ਹੁੰਦਾ ਹੈ। ਹੁਣ ਤੋਂ ਹਰ ਕੋਈ ਮੈਨੂੰ ਰਾਜਾ ਬੁਲਾਏਗਾ। ਰਾਜਾ। ਅਜਿਹਾ ਕੋਈ ਨਿਯਮ ਨਹੀਂ ਹੈ ਕਿ ਜੋ ਕਹੇ ਕਿ ਸਭ ਤੋਂ ਵੱਡਾ ਹੈ ਉਹ ਰਾਜਾ ਹੋਵੇਗਾ। ਤੇ ਅਸਲ ਵਿੱਚ ਸਾਨੂੰ ਰਾਜਾ ਦੀ ਕੋਈ ਲੋੜ ਨਹੀਂ ਹੈ। ਕਿਉਂ ਨਹੀਂ? ਹਰ ਜਗ੍ਹਾ ਇੱਕ ਰਾਜਾ ਹੁੰਦਾ ਹੈ। ਉਦਾਹਰਨ ਦੇ ਲਈ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ। ਹਾਂ, ਪਰ ਸ਼ੇਰ ਜੰਗਲ ਵਿੱਚ ਸਭ ਤੋਂ ਵੱਡਾ ਜਾਨਵਰ ਨਹੀਂ ਹੈ। ਬੇਸ਼ੱਕ ਹਾਥੀ ਉਸ ਤੋਂ ਵੱਡਾ ਹੈ। ਸਾਡੇ ਆਤਮ ਕੇਂਦਰਿਤ ਡੱਡੂ ਨੂੰ ਇਹਦੇ ਬਾਰੇ ਸੋਚਣਾ ਸੀ ਤੇ ਫਿਰ ਹਮੇਸ਼ਾ ਵਾਂਗ ਫੜੀਆਂ ਮਾਰਨ ਵਾਲਾ ਜਵਾਬ ਦੇਣਾ ਸੀ। ਇਹ ਜੰਗਲ ਨਹੀਂ ਹੈ ਤੇ ਨਾ ਹੀ ਤੁਸੀਂ ਹਾਥੀ ਹੋ। ਮੈਂ ਰਾਜਾ ਹਾਂ ਤੇ ਇਹੀ ਸਹੀ ਹੈ। ਦੂਜੇ ਡੱਡੂਆਂ ਨੇ ਆਪਸ ਵਿੱਚ ਗੱਲ ਕੀਤੀ ਕਿ ਉਹਨਾਂ ਨੂੰ ਇਸ ਡੱਡੂ ਨੂੰ ਸਬਕ ਸਿਖਾਉਣਾ ਹੈ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕੀਤਾ ਕਿਵੇਂ ਜਾਵੇ। ਇੱਕ ਦਿਨ ਜਦੋਂ ਡੱਡੂ ਝੀਲ ਵਿੱਚ ਤੈਰ ਰਹੇ ਸੀ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਬਲਦ ਝੀਲ ਦੇ ਦੂਜੇ ਪਾਸਿਓਂ ਤੁਰਿਆ ਆ ਰਿਹਾ ਹੈ। ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਕਿਸੇ ਇੰਨੇ ਵੱਡੇ ਜਾਨਵਰ ਨੂੰ ਨਹੀਂ ਸੀ ਵੇਖਿਆ। ਵਾਹ, ਕਿੰਨਾ ਵੱਡਾ ਜਾਨਵਰ ਹੈ। ਬਸ ਉਸੇ ਵੇਲੇ ਉਹਨਾਂ ਦੇ ਦਿਮਾਗ ਵਿੱਚ ਇੱਕ ਵਿਉਂਤ ਸੁੱਝੀ। ਉਹ ਸਾਡਾ ਆਤਮ ਕੇਂਦਰਿਤ ਡੱਡੂ ਕਹਿੰਦਾ ਹੈ ਨਾ ਕਿ ਸਭ ਤੋਂ ਵੱਡਾ ਪ੍ਰਾਣੀ ਰਾਜਾ ਹੋਣਾ ਚਾਹੀਦਾ ਹੈ, ਤਾਂ ਇਸ ਨੂੰ ਰਾਜਾ ਹੋਣਾ ਚਾਹੀਦਾ ਹੈ। ਡੱਡੂ ਉਸੇ ਵੇਲੇ ਬਲਦ ਕੋਲ ਗਏ ਤੇ ਉਹਨੂੰ ਆਪਣੇ ਹਾਲਾਤ ਦੇ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਹਾਂ, ਪਰ ਮੈਂ ਛੋਟਾ ਜਿਹਾ ਬਲਦ ਹਾਂ। ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ? ਛੋਟਾ ਜਿਹਾ ਕੌਣ? ਤੁਸੀਂ? ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਅਸੀਂ ਆਪਣੇ ਇੱਕ ਦੋਸਤ ਨੂੰ ਲੈ ਕੇ ਆਵਾਂਗੇ ਜੋ ਖੁਦ ਨਾਲ ਬਹੁਤ ਪਿਆਰ ਕਰਦਾ ਹੈ ਤੇ ਬਾਕੀ ਤੁਸੀਂ ਸਾਡੇ ਤੇ ਛੱਡ ਦਿਓ। ਠੀਕ ਹੈ, ਮੈਨੂੰ ਖੇਤਾਂ 'ਚ ਵਾਪਸ ਜਾਣਾ ਪਵੇਗਾ, ਨਹੀਂ ਤਾਂ ਕਿਸਾਨ ਫਿਕਰ ਕਰੂਗਾ। ਅਗਲੇ ਦਿਨ ਸਾਰੇ ਡੱਡੂ ਰਲ ਕੇ ਉਸ ਡੱਡੂ ਦੇ ਕੋਲ ਗਏ ਜੋ ਖੁਦ ਨਾਲ ਬਹੁਤ ਪਿਆਰ ਕਰਦਾ ਸੀ। ਉਹਨਾਂ ਨੇ ਉਹਨੂੰ ਕਿਹਾ ਕਿ ਝੀਲ ਦੇ ਦੂਜੇ ਪਾਸੇ ਇੱਕ ਬਹੁਤ ਹੀ ਵੱਡਾ ਪ੍ਰਾਣੀ ਹੈ। ਉਹ ਤੈਨੂੰ ਮਿਲਣਾ ਚਾਹੁੰਦਾ ਹੈ। ਠੀਕ ਹੈ, ਚਲੋ ਚੱਲ ਕੇ ਵੇਖਦੇ ਹਾਂ ਕਿ ਇਹਨਾਂ ਕਿਹੜਾ ਵੱਡਾ ਜਾਨਵਰ ਹੈ। ਡੱਡੂ ਰਲ ਕੇ ਝੀਲ ਦੇ ਦੂਜੇ ਪਾਸੇ ਚਲੇ ਗਏ। ਬਲਦ ਝੀਲ ਦੇ ਕੰਢੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਡੱਡੂ ਜੋ ਖੁਦ ਨਾਲ ਬਹੁਤ ਪਿਆਰ ਕਰਦਾ ਸੀ, ਉਸ ਦਾ ਹਲਕ ਸੁੱਕਣ ਲੱਗਾ, ਪਰ ਆਪਣੇ ਦੋਸਤਾਂ ਦੇ ਸਾਹਮਣੇ ਉਹਨੇ ਨਹੀਂ ਜਤਾਇਆ। ਅੱਛਾ, ਤਾਂ ਤੁਸੀਂ ਉਹ ਵੱਡੇ ਜਾਨਵਰ ਜਿਹੜੇ ਇਸ ਝੀਲ ਦੇ ਰਾਜਾ ਬਣਨਾ ਚਾਹੁੰਦੇ ਹੋ। ਬਲਦ ਕੁਝ ਕਹਿਣਾ ਚਾਹੁੰਦਾ ਸੀ ਪਰ
ਕਾਲੀ ਕਾਲੀ ਵਿੱਚ ਮਾਦਾ ਡੱਡੂ ਕਹਿਣ ਲੱਗੀ, ਤੂੰ ਹੀ ਤੇ ਕਹਿੰਦਾ ਸੀ ਨਾ ਕਿ ਜੋ ਵੀ ਵੱਡਾ ਹੋਵੇਗਾ ਉਹ ਰਾਜਾ ਕਹਾਏਗਾ। ਹੁਣ ਜੇ ਬਲਦ ਸਭ ਤੋਂ ਵੱਡਾ ਹੈ ਤਾਂ ਰਾਜਾ ਬਣਨ ਦਾ ਹੱਕ ਵੀ ਉਹਦਾ ਹੈ। ਅੱਛਾ, ਮੈਂ ਵੀ ਇਸ ਦੇ ਜਿੰਨਾ ਵੱਡਾ ਬਣ ਸਕਦਾ। ਚੰਗੀ ਗੱਲ ਹੈ, ਪਰ ਕਿਵੇਂ? ਜਦੋਂ ਡੱਡੂ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਆਤਮ ਕੇਂਦਰਤ ਡੱਡੂ ਦੇ ਮਨ ਵਿੱਚ ਖੁਦ ਨੂੰ ਬਹੁਤ ਵੱਡਾ ਤੇ ਕਾਬਲ ਹੋਣ ਦਾ ਖਿਆਲ ਘੁੰਮ ਰਿਹਾ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਜਦ ਕੋਈ ਵੇਖਣਾ ਚਾਹੁੰਦਾ ਸੀ ਕਿ ਉਹ ਕਿੰਨਾ ਵੱਡਾ ਹੈ। ਹੁਣ ਤੁਸੀਂ ਵੇਖੋਗੇ ਮੈਂ ਕਿਵੇਂ ਵੱਡਾ ਬਣਦਾ ਹਾਂ। ਤੇ ਇਸੇ ਲਈ ਡੱਡੂ ਭੜਕਣ ਲੱਗੇ। ਆਓ, ਮੈਂ ਬਲਦ ਜਿੰਨਾ ਵੱਡਾ ਹਾਂ। ਡੱਡੂ ਨੇ ਆਪਣੇ ਆਪ ਨੂੰ ਥੋੜਾ ਹੋਰ ਫੁਲਾਇਆ। ਆਓ, ਤੁਹਾਨੂੰ ਕੀ ਲੱਗਦਾ ਹੈ ਮੈਂ ਬਲਦ ਜਿੰਨਾ ਵੱਡਾ ਹਾਂ ਕਿ ਨਹੀਂ? ਆਓ ਆਓ। ਡੱਡੂ ਨੇ ਇੱਕ ਵਾਰ ਫੇਰ ਖੁਦ ਨੂੰ ਫੁਲਾਣਾ ਸ਼ੁਰੂ ਕੀਤਾ। ਹੁਣ ਉਹ ਬੋਲ ਹੀ ਨਹੀਂ ਪਾ ਰਿਹਾ ਸੀ, ਉਹ ਸਿਰਫ ਹਾਂ ਦੇ ਇੰਤਜ਼ਾਰ ਵਿੱਚ ਅੱਖਾਂ ਤੋਂ ਘੂਰ ਸਕਦਾ ਸੀ। ਤੂੰ ਨਹੀਂ ਕਰ ਸਕਿਆ, ਮੈਨੂੰ ਹੋਰ ਵੱਡਾ ਹੋਣ ਦੀ ਲੋੜ ਹੈ। ਉਹਨੂੰ ਤਾਂ ਦੇਖੋ। ਡੱਡੂ ਆਪਣੇ ਆਪ ਨੂੰ ਫੁਲਾਉਂਦਾ ਗਿਆ। ਉਹ ਫੁੱਲਦਾ ਗਿਆ ਤੇ ਗੁਬਾਰਾ ਬਣ ਗਿਆ। ਹੈਰਾਨ ਨਜ਼ਰਾਂ ਨਾਲ ਬਲਦ ਡੱਡੂ ਨੂੰ ਘੂਰਦਾ ਰਹਿ ਗਿਆ। ਤੂੰ ਨਹੀਂ ਕਰ ਸਕਿਆ, ਮੈਨੂੰ ਹੋਰ ਵੱਡਾ ਹੋਣ ਦੀ ਲੋੜ ਹੈ। ਇੰਨਾ ਫੁੱਲਿਆ ਹੋਇਆ ਡੱਡੂ ਇੰਨਾ ਵੱਡਾ ਹੋ ਗਿਆ ਸੀ ਕਿ ਹੁਣ ਉਹ ਡੱਡੂ ਵਰਗਾ ਨਹੀਂ ਵੇਖਦਾ ਸੀ। ਉਸਨੇ ਆਪਣੇ ਆਪ ਨੂੰ ਇੰਨਾ ਫੁਲਾ ਲਿਆ ਸੀ ਕਿ ਹੁਣ ਉਹ ਹਲਕਾ ਹੋ ਗਿਆ ਸੀ ਤੇ ਉੱਤੇ ਜਾਣ ਲੱਗਾ। ਕਿਸੇ ਤਰ੍ਹਾਂ ਉਹ ਬਲਦ ਦੀ ਉਚਾਈ ਤੱਕ ਪਹੁੰਚ ਗਿਆ, ਪਰ ਉਹਦੇ ਲਈ ਬਲਦ ਤੋਂ ਵੀ ਵੱਡਾ ਹੋਣਾ ਜ਼ਰੂਰੀ ਸੀ। ਕੁਝ ਹੋਰ ਕੋਸ਼ਿਸ਼ ਕਰਕੇ ਉਹ ਥੋੜਾ ਹੋਰ ਫੁੱਲਿਆ ਤੇ ਹੋਰ ਉੱਤੇ ਚਲਾ ਗਿਆ ਤੇ ਬਲਦ ਤੇ ਡੱਡੂ ਉੱਥੇ ਖੜੇ ਖੜੇ ਘੂਰ ਰਹੇ ਸੀ। ਇਹ ਇੱਕ ਬਹੁਤ ਵੱਡਾ ਸਬਕ ਸੀ। ਇਹ ਸਾਰੇ ਅਸਲ ਵਿੱਚ ਇਸ ਗੱਲ ਤੋਂ ਦੁਖੀ ਸੀ ਕਿ ਉਸ ਡੱਡੂ ਦਾ ਕੀ ਹਸ਼ਰ ਹੋਇਆ ਜੋ ਖੁਦ ਨੂੰ ਸਭ ਤੋਂ ਵੱਡਾ ਸਮਝਦਾ ਸੀ। ਤੇ ਇਸੇ ਕਰਕੇ ਇਹ ਸਭ ਵੇਖ ਕੇ ਉਸ ਤੋਂ ਬਾਅਦ ਛੋਟੇ ਬਲਦ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸਨੇ ਖੁਦ ਨੂੰ ਉਹ ਜਿਹੋ ਜਿਹਾ ਸੀ ਉਵੇਂ ਹੀ ਸਵੀਕਾਰ ਕਰ ਲਿਆ ਤੇ ਹੁਣ ਉਹ ਖੁਦ ਤੋਂ ਖੁਸ਼ ਸੀ।